बिस्मिल्लाहिर्रहमानिर्रहीम अस्सलाम वालेकुम दोस्तों, की हाल चाल जी? ठीक ठाक हो? भाई बग्गे दे कोल असीं आ गए जनाब। भाई बग्गा जी, कोई सानू दसो, कोई मतलब कि अजकल ते ज़ाहिर है मौसम ते ठीक हैगा ते बीमारियां वगैरह ते कोई नहीं हैगियां ना बीमारी कोई ਜਿਹਦੇ ਵਿੱਚ मतलब कोई मसला मसाइल होवे, कोई बीमारी ਦੇ ਬਾਰੇ ਯਾਰਾਂ ਦੋਸਤਾਂ ਨੂੰ ਦੱਸਿਆ ਜਾਏ ਤੇ ਚਲੋ ਦੱਸੋ ਤੁਸੀਂ ਕਿ ਅਗਰ ਕਿਸੇ ਦੋਸਤ ਨੇ ਗੋਸ਼ਤ ਦਾ ਕੰਮ ਕਰਨਾ ਹੋਏ ਤੇ ਠੀਕ ਹੈ ਨਾ, ਮਤਲਬ ਮੁਰਗੇ ਦਾ ਹੀ ਇਕੱਲੇ ਦਾ ਕੰਮ ਕਰਨਾ ਹੋਏ ਕਈ ਤੇ ਕੰਮ ਉਹਨੂੰ ਕਿਹੜੀਆਂ ਵੀ ਪਏ ਸੀਗੇ ਮੁਰਗੇ ਦਾ ਕੰਮ ਮਿਲਣਾ ਅੱਛਾ ਤੇ ਅਸੀਂ ਗੋਸ਼ਤ ਦਾ ਕੰਮ ਕਰਨਾ ਚਾਹੁੰਦੇ ਹਾਂ। ਠੀਕ ਹੈ, ਨਵੇਂ ਬੰਦੇ ਜਿਹੜੇ ਮਤਲਬ ਕਰਨਾ ਚਾਹੁੰਦੇ ਨੇ ਹੁਣ ਠੀਕ ਹੈ ਨਾ, ਉਹ ਮਤਲਬ ਕਿ ਉਹਨੂੰ ਉਹ ਨਸਲ ਦੱਸੋ ਜਿਹਦੇ ਨਾਲ ਉਹਨੂੰ ਜ਼ਿਆਦਾ ਪ੍ਰੋਫਿਟ ਵੀ ਹੋਵੇ, ਗੋਸ਼ਤ ਵੀ ਜ਼ਿਆਦਾ ਹੋਵੇ ਤੇ ਮਤਲਬ ਕਿ ਉਹਦਾ ਗਰੋ ਵੀ ਜ਼ਿਆਦਾ ਕਰੇ, ਵਜ਼ਨ ਵੀ ਜ਼ਿਆਦਾ ਕਰ ਜਾਏ ਔਰ ਖਰਚਾ ਵੀ ਘੱਟ ਆਵੇ। ਉਹ ਕੋਈ ਨਸਲ ਹੈ ਸੀ? ਜਿਹੜਾ ਨਾ ਅਸਟਰ ਲੋਕ ਅੱਛਾ, ਅਸਟਰ ਲੋਕ। ਉਹਦੇ ਸਮਝ ਨਾ ਗੋਸ਼ਤ ਬਹੁਤ ਤੇਜ਼ ਨਾਲ ਵਧਾਉਂਦਾ ਵਾ। ਅੱਛਾ, ਉਹ 1.5 ਮਹੀਨੇ ਦੇ ਸਮਝ 3 ਮਹੀਨਿਆਂ ਦੇ ਵਿੱਚ ਨਾ 1.5 ਕਿਲੋ ਪੌਣੇ 2 ਕਿਲੋ ਵੀ ਹੋ ਜਾਂਦਾ। ਠੀਕ ਹੈ। ਤੇ ਇੱਕ ARI ਉਹ ਵੀ ਨਸਲ ਬੜੀ ਪਿਆਰੀ ਆ, ਉਹ ਵੀ ਚੂਹਾ ਸਮਝ ਨਾ ਬੜੀ ਸਪੀਡ ਨਾਲ ਵਜ਼ਨ ਕਰਦਾ ਪਿਆ। ਠੀਕ ਹੈ। ਉਹ ਦੇਖੋ ਸਲਾਮਾਬਾਦ ਤੋਂ ਬਾਹਰ ਦੀ ਬਰੀਡ ਆਈ ਦੀ ਆ। ਅੱਛਾ, ARI ਤੇ ਅਸਟਰ ਲੋਕ, ਹਾਂ ਦੋ। ਉਹ ਦੋਵੇਂ ਨਸਲਾਂ ਆਈ ਦੀਆਂ ਨੇ ਤੇ ਉਹ ਇਸ ਟਾਈਮ ਨਾਰਵਾਲ ਦਾ ਜਿੱਲਿਆ ਤੋਂ ਪਾਉਂਦਾ ਪਿਆ ਵਾ। ਅੱਛਾ, ਉਹਨੇ ਤਿੰਨ ਕੁ ਫਲਾਕ, ਤੀਸਰਾ ਫਲਾਕ ਪਾਤਾ ਉਹਨੇ। ਠੀਕ ਹੈ। ਮੈਂ ਪਹਿਲੇ ਉਹਨੇ ਕੱਟ ਲਏ ਨੇ 2 ਫਲਾਕ ਉਹਨੇ ਕੱਢ ਲਏ ਉਹ ਨੇ। ਜਿਹੜਾ ਤੁਸੀਂ ਲਿਆਂਦੇ 2-2 ਕਿਲੋ ਵਾਲਾ ਬਿਲਕੁਲ ਮੁਰਗਾ, ਉੱਥੇ ਆਉਂਦਾ ਸੀ। ਉਹ ਕਿੰਨੀ ਉਮਰ ਦਾ ਸੀ? ਉਹ ਉਮਰ 1.5 ਮਹੀਨੇ 3 ਮਹੀਨੇ ਦੀ ਉਮਰ ਸਾਰੀ, ਯਾਨੀ ਕਿ 90 ਦਿਨਾਂ ਦਾ। 90 ਦਿਨ ਦਾ। 90 ਦਿਨ ਦਾ ਦੋਸਤੋ ਗੋਲਡਨ ਮਿਸ਼ਰੀ ਚੂਜ਼ਾ ਸਾਡੇ ਕੋਲ 150 ਦਿਨਾਂ ਦਾ ਹੋ ਗਿਆ, ਲੇਕਿਨ ਉਹ ਜਨਾਬ ਅਜੇ ਤੱਕ 1300 ਗ੍ਰਾਮ ਹੀ ਆ। ਠੀਕ ਹੈ ਨਾ, ਤੇ ਲੇਕਿਨ ਜਿਹੜਾ ਉਹ ਕਹਿ ਰਹੇ ਨੇ ਅਸਟਰਲੋਗ ਜਿਹੜਾ ਦੂਸਰੇ ਸਾਡੇ ਇੱਕ ਫਾਰਮਰ ਹੈ ਉਹਨੇ ਪਾਇਆ ਦਾ ਸੀ, ਤੇ ਉਹ ਜਨਾਬ 3 ਮਹੀਨਿਆਂ ਦੇ ਵਿੱਚ ਯਾਨੀ ਕਿ 90 ਦਿਨਾਂ ਦੇ ਵਿੱਚ 2 ਕਿਲੋ 2.25 ਕਿਲੋ ਦਾ ਉਹ ਮੁਰਗਾ ਹੈਗਾ। ਤੁਹਾਨੂੰ ਅਸੀਂ ਕਈ ਦੂਸਰੀ ਵੀਡੀਓ ਵਿੱਚ ਵਿਖਾਇਆ ਵੀ ਆ ਸੀ। ਇਹ ਰੌਣ ਬਰੌਨ ਹਾਂਜੀ, ਉਹ ਵੀ ਗੋਸ਼ਤ ਦੀ ਨਸਲ ਠੀਕ ਹੈ, ਲੇਕਿਨ ਚਿੱਟਾ ਨਹੀਂ ਪਾਉਣਾ, ਕਾਲਾ ਤੇ ਲਾਲ ਪਾਉਣਾ। ਰੰਗ ਤੁਸੀਂ ਗੌਰ ਕਰਨੀ ਹੈ। ਰੰਗ ਜਦੋਂ ਤੁਸੀਂ ਮਤਲਬ ਕਿ ਇਹ ਮਾਲ ਤੁਸੀਂ ਪਾਉਣਾ ਨਾ ਜਿਸ ਟਾਈਮ, ਇੱਕ ਤਾਂ ਰੰਗ ਤੁਹਾਡੇ ਕੋਲ ਵਾਈਟ ਨਹੀਂ ਹੋਣਾ ਚਾਹੀਦਾ, ਕਿਉਂਕਿ ਵਾਈਟ ਜਿਹੜਾ ਨਾ ਉਹ ਸਾਰਾ ਬਲੈਲਰ ਲੱਗਦਾ, ਅਬ ਲੈ ਲੱਗਦਾ ਬਲੈਲਰ ਟਾਈਪ ਹੁੰਦਾ। ਇਸ ਤਰ੍ਹਾਂ ਹੀ ਹੈ ਕਿ ਵਾਈਟ ਜਿਹੜਾ ਨਾ ਉਹ ਤੁਸੀਂ ਨਹੀਂ ਪਾਉਣਾ, ਯਾਨੀ ਕਿ ਚਿੱਟੇ ਰੰਗ ਦਾ ਨਹੀਂ ਪਾਉਣਾ, ਕਾਲਾ, ਲਾਲ, 골ਡਨ, ਹੋਰ ਕੋਈ ਕਲਰ ਜਿਹੜਾ ਮਰਜ਼ੀ ਪਾ ਲਓ, ਲੇਕਿਨ ਚਿੱਟਾ ਜਿਹੜਾ ਨਾ ਉਹ ਚਿੱਟੇ ਤੋਂ ਤੁਸੀਂ ਪਰਹੇਜ਼ ਕਰਨਾ। ਜਿਸ ਤਰ੍ਹਾਂ ਮਤਲਬ ਕਿ ਸਾਡੇ ਕੋਲ ਸਾਰਾ ਚੀਨਾ ਆ ਗਿਆ, ਠੀਕ ਹੈ ਨਾ। ਇਸ ਤਰ੍ਹਾਂ ਦੇ ਚੀਜ਼ਾਂ ਤੁਸੀਂ ਨੋਟ ਕਰਨੀਆਂ। ਸਾਡਾ ਕੰਮ ਹੈ ਤੁਹਾਨੂੰ ਇਹ ਚੀਜ਼ਾਂ ਦੱਸਣੀਆਂ। ਕੱਲਾ ਰੰਗ 골ਡਨ ਚੱਲ ਸਕਦਾ ਹੈ, ਕੱਲਾ ਕਾਲਾ ਚੱਲ ਸਕਦਾ ਹੈ, ਲੇਕਿਨ ਕੱਲਾ ਚਿੱਟਾ ਨਹੀਂ ਚੱਲ ਸਕਦਾ, ਕੱਲਾ ਮਿਸ਼ਰੀ ਨਹੀਂ ਚੱਲਦਾ। ਮਿਸ਼ਰੀ ਨਹੀਂ ਚੱਲ। ਠੀਕ ਹੈ ਦੋਸਤੋ, ਇਹ 2 ਰੰਗ ਤੁਸੀਂ ਪਰਹੇਜ਼ ਕਰਨੇ ਨੇ, ਇਹ ਮਿਕਸ ਹੋ ਜਾਣਾ ਤੇ ਫਿਰ ਚੱਲਦੇ ਨੇ। ਇੱਕ ਤੇ ਵਾਈਟ ਜਿਹੜਾ ਨਾ ਸਾਰਾ ਵਾਈਟ ਲੋਕ ਪਾ ਲੈਂਦੇ ਨੇ, ਕਈਆਂ ਪਾ ਨਹੀਂ ਲੈਂਦੇ, ਉਹ ਜਾਣ ਬੁੱਝ ਕੇ ਦੇ ਦਿੰਦੇ ਨੇ ਹੈਚਰੀ ਵਾਲੇ। ਇਸ ਤਰ੍ਹਾਂ ਨਵੇਂ ਬੰਦੇ ਨੂੰ ਘੇਰ ਲੈਂਦੇ ਨੇ। ਇਸ ਤੁਸੀਂ ਟੇਰਨਾ ਨਹੀਂ ਹੈਗਾ, ਤੁਹਾਨੂੰ ਅਸੀਂ ਦੱਸ ਦਿੰਦੇ ਆ। ਰੰਗ ਜਿਹੜਾ ਨਾ ਉਹ ਇੱਕ ਤੇ ਚਿੱਟਾ ਨਹੀਂ ਹੋਣਾ ਚਾਹੀਦਾ ਸਾਰਾ, ਦੂਸਰਾ ਇਹ ਕਿ ਉਹ ਮਿਸ਼ਰੀ ਨਹੀਂ ਹੋਣਾ ਚਾਹੀਦਾ ਸਾਰਾ। ਠੀਕ ਹੈ, ਇਹ ਰੰਗਾਂ ਤੋਂ ਤੁਸੀਂ ਪਰਹੇਜ਼ ਕਰਨਾ ਹੈਗਾ। ਜੇ ਕਾਲਾ ਸਾਰਾ ਹੀ ਕਾਲਾ ਮਾਲ ਹੋ ਜਾਏ ਤੇ ਫਿਰ ਵੀ ਵਿਕਦਾ, ਸਾਰਾ 골ਡਨ ਹੋਏ ਤੇ ਫਿਰ ਵੀ ਵਿਕਦਾ। ਠੀਕ ਹੈ ਨਾ, ਤੇ ਇਹ ਚਾਰੇ ਰੰਗ ਮਿਕਸ ਵੀ ਹੋ ਜਾਣ ਤੇ ਫਿਰ ਵੀ ਵਿਕਦੇ ਨੇ। ਅਗਰ ਇਹ ਸਮਝੀ ਨਸਲਾਂ ਤੁਹਾਨੂੰ ਨਾ ਮਿਲਣ ਤੇ ਤੁਸੀਂ ਸਿਲਵਰ 골ਡਨ ਜਿਹੜੀ ਉਹ ਵੀ ਨਸਲ ਚੰਗੀ ਆ। ਸਿਲਵਰ 골ਡਨ ਠੀਕ ਹੈ, ਤੇ ਉਹ ਵੀ ਵਜ਼ਨ ਬੜਾ ਕਰਦੀ ਆ। ਉਹ ਆਪਣੇ ਸਮੀਉੱਲਾ ਸਾਹਿਬ ਨੇ ਨਾਰੋਵਾਲ ਤੋਂ, ਉਹਨਾਂ ਨੇ ਜਨਾਬ 4000 ਚੂਜ਼ਾ ਪਾਇਆ ਦਾ, ਉਹ ਉਹਨਾਂ ਨੇ ਵੀ 골ਡਨ ਹੀ ਪਾਇਆ ਦਾ। ਇਸ ਤਰ੍ਹਾਂ ਸਿਲਵਰ 골ਡਨ ਹੀ ਪਾਇਆ ਦਾ, ਔਰ ਉਹਨਾਂ ਦਾ 400-500 ਗ੍ਰਾਮ ਦੀ ਐਵਰੇਜ ਕਰ ਗਿਆ ਜੇ 40-42 ਦਿਨਾਂ ਦੇ ਵਿੱਚ। ਬਾਕੀ ਇਨਸ਼ਾਅੱਲਾ ਜਿਹੜੀ ਆ ਨਸਲ ਆ ਨਾ ਸਿਲਵਰ 골ਡਨ, ਹਾਂਜੀ, ਇਹ ਵੀ ਵਜ਼ਨ ਚੰਗਾ ਪਾਉਂਦਾ। ਤੇ ਜਿਹਨੇ ਦੋਸਤ ਮੁਰਗੇ ਦਾ ਕਾਰੋਬਾਰ ਕਰਨਾ, ਇਕੱਲੇ ਮੁਰਗੇ ਦਾ ਕੰਮ ਕਰਨਾ, ਗੋਸ਼ਤ ਦਾ ਕੰਮ ਕਰਨਾ, ਉਹ ਨਿਰਾ ਹੀ ਮੁਰਗਾ ਪਾਓ। ਅੱਛਾ, ਕਿਉਂਕਿ ਉਹ ਨਿਰਾ ਮੁਰਗਾ ਪਾਓਗੇ ਤਾਂ ਕੰਮ ਠੀਕ ਰਹੇਗਾ। ਹੁਣ ਵੈਸੇ ਵੀ ਮੁਰਗਾ ਤੁਹਾਨੂੰ ਨਿਰਾ ਮਿਲ ਸਕਦਾ ਹੈ, ਕਿਉਂਕਿ ਮਿਲ ਜਾਂਦਾ। ਹੈਚਰੀ ਵਾਲੇ ਨੂੰ ਤੁਸੀਂ ਕਹੋ ਨਾ ਕਿ ਮੈਨੂੰ ਇਕੱਲਾ ਮੁਰਗਾ ਚਾਹੀਦਾ, ਬੱਚਾ ਆਂਡੇ ਚ ਨਿਕਲਦਾ ਇੱਕ ਦਿਨ ਦਾ ਬੱਚਾ, ਤੁਸੀਂ ਕਹੋ ਨਾ ਇਕੱਲਾ ਹੀ ਮੈਨੂੰ ਚਾਹੀਦਾ ਮੁਰਗਾ, ਤੇ ਉਹ ਖੁਸ਼ੀ ਨਾਲ ਦੇਣਗੇ। ਕਿਉਂਕਿ ਇਸ ਵੇਲੇ ਮੁਰਗੀ ਦਾ ਰੇਟ ਬਹੁਤ ਜ਼ਿਆਦਾ ਹੋ ਜਾਣਾ ਆ, ਕਿਉਂਕਿ ਮੁਰਗੀ ਹੁਣ ਕੱਲੀ ਵਿਕਣੀ ਆ। ਆਂਡੇ ਵਾਲੀ ਮੁਰਗੀ ਜਿਹੜੀ ਉਹ ਲਹਿਦਾ ਵਿਕਣੀ ਆ, ਮੁਰਗਾ ਲਹਿਦਾ ਵਿਕਣਾ ਆ। ਇਸ ਵਾਸਤੇ ਕਿ ਅੱਜ ਇਹਨਾਂ ਦਿਨਾਂ ਦੇ ਵਿੱਚ ਹੈਚਰੀ ਵਾਲੇ ਖੁਸ਼ੀ ਨਾਲ ਤੁਹਾਨੂੰ ਮੁਰਗੇ ਦਾ ਖੁਸ਼ੀ ਨਾਲ ਮੁਰਗਾ ਜਿਹੜਾ ਉਹ ਦਿੰਦੇ ਨੇ। 5 ਰੁਪਏ ਰਿਆਤ ਦੇਣਗੇ, ਮਿਕਸ ਨਾਲੋਂ 5 ਰੁਪਏ ਰਿਆਤ ਦੇਣਗੇ। ਜਿਹੜੀ ਮੁਰਗੀ ਆ ਉਹ ਅੱਜ ਕੱਲ ਜਿਹੜੇ ਡੀਲਰ ਜਿਹੜੀ ਉਹ ਮਹਿੰਗੀ 10 ਰੁਪਏ ਖਰੀਦਦੇ ਪਏ ਨੇ। ਠੀਕ ਹੈ, ਕਿਉਂਕਿ ਮੁਰਗੀ ਦਾ ਸੀਜ਼ਨ ਜੀ ਆ ਗਿਆ। ਜਿਹੜਾ ਗੋਸ਼ਤ ਦਾ ਕੰਮ ਆ ਨਾ, ਉਹ ਅੱਗੇ ਸਿਆਲ ਵੈਸੇ ਵੀ ਗੋਸ਼ਤ ਦਾ ਸੀਜ਼ਨ ਆਈ ਨਾ ਵਾ। ਠੀਕ ਹੈ, ਇਸ ਮੁਰਗੀ ਦਾ ਸੀਜ਼ਨ ਆਉਣਾ ਵਾ। ਦੇਖੋ ਇਹ ਮਹੀਨਾ 1.5 ਸਿਰਫ ਔਖਾ ਹੈ। ਭਾਈ ਬੱਗੇ ਨੇ ਦੱਸਿਆ ਕਿ ਗਰਮੀਆਂ ਦੇ ਵਿੱਚ ਮੁਰਗਾ ਜ਼ਿਆਦਾ ਵਿਕਦਾ ਆ, ਬਿਲਕੁਲ ਵਿਕਦਾ ਆ, ਲੇਕਿਨ ਇਸ ਟਾਈਮ ਮਾਰਕੀਟ ਡਾਊਨ ਹੈ, ਮੰਡੀ ਡਾਊਨ ਹੈ, ਤੇ ਸਾਨੂੰ ਇਹੋ ਨਜ਼ਰ ਆਉਂਦਾ ਪਿਆ ਕਿ ਨਹੀਂ ਵਿਕਦਾ ਪਿਆ। ਡੇਲੀ ਇਹ 40-50 ਕਿਲੋ ਵੇਚ ਕੇ ਆਉਂਦਾ ਪਿਆ। ਇਹਦਾ ਮਤਲਬ ਵਿਕਦਾ ਹੀ ਪਿਆ। ਸਰਦੀਆਂ 'ਚ ਵੀ ਇੰਨਾ ਹੀ ਵੇਚਦਾ ਪਿਆ, 40-50 ਕਿਲੋ ਵੇਚਦਾ ਪਿਆ ਸੀ। ਇਹਦਾ ਮਤਲਬ ਕਿ ਇਹਨਾਂ ਦਾ ਉਹ ਮੰਦਾ ਹੋਣ ਵਾਲਾ ਕੋਈ ਚੱਕਰ ਨਹੀਂ ਹੈਗਾ, ਇਹਦਾ ਵਿਕਦਾ ਹੀ ਵਿਕਦਾ। ਲੇਕਿਨ ਸਿਰਫ ਇਸ ਟਾਈਮ ਰੇਟ 'ਚ ਕਮੀ ਆ। ਰੇਟ ਦੀ ਵਜ੍ਹਾ ਤੋਂ ਅਸੀਂ ਇਹੋ ਚੀਜ਼ ਮਹਿਸੂਸ ਕਰਨੇ ਆ ਕਿ ਹਰੇ ਮਤਲਬ ਕਿ ਮਾਰਕੀਟ ਡਾਊਨ ਹੋ ਗਈ ਹੈ। ਇਹਨਾਂ ਦਿਨਾਂ ਜਦੋਂ ਮਾਲ ਨਹੀਂ ਵਿਕਦਾ ਵਾ, ਜਿਹਦੀ ਵਜ੍ਹਾ ਤੋਂ ਹਲਕਾ ਮਤਲਬ ਕਿ ਰੇਟ ਘੱਟ ਹੋ ਗਿਆ। ਨਹੀਂ, ਰੇਟ ਕਿਸੇ ਹੋਰ ਵਜ੍ਹਾ ਤੋਂ ਘੱਟ ਆ।
ਹੈ। ਸਿਰਫ ਇਹ ਕਿ ਦੋਸਤੋ ਬਾਹਰੋਂ ਦੂਰੋਂ ਦੁਨੀਆ ਆਉਂਦੀ ਪਈ ਆ 50-60 ਕਿਲੋਮੀਟਰ ਦੂਰੋਂ। ਉਸ ਦਾ ਡੇਲੀ ਆ ਕੇ ਮਾਲ ਲਾਉਂਦੇ ਨੇ। ਠੀਕ ਹੈ। ਸਿਰਫ ਕੀ ਉਹਨਾਂ ਦਾ ਰੇਟ ਡਾਊਨ ਤੇ ਰੇਟ ਫਿਰ ਦੇਖੋ ਵਕਤ ਨਾਲ ਕਿ ਈਦ ਆ ਗਈ ਆ, ਈਦ ਤੋਂ ਅੱਗੇ ਫਿਰ ਵਾਢੀ ਆ ਗਈ ਸੀ। ਹਾਂ, ਲੋਕਾਂ ਕੋਲ ਯਕਦਮ ਮਾਲ ਤੇ ਤਿਆਰ ਹੋ ਗਏ। ਉਹ ਤਿੰਨ ਚੀਜ਼ਾਂ ਇਸ ਦਫਾ ਇਕੱਠੀਆਂ ਹੋ ਗਈਆਂ ਨਾ। ਮਾਲ ਜਦੋਂ ਮਤਲਬ ਪਾਉਣਾ ਸ਼ੁਰੂ ਕੀਤਾ ਲੋਕਾਂ ਨੇ, ਜਨਵਰੀ ਫਰਵਰੀ ਚ ਪਾਉਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ। ਮਾਰਚ ਦੇ ਵਿੱਚ ਰਮਜ਼ਾਨ ਆ ਗਿਆ, ਫਿਰ ਅੱਗੇ ਨਾਲ ਰਮਜ਼ਾਨ ਤੋਂ ਬਾਅਦ ਨਾਲ ਅੱਗੇ ਈਦ ਆ ਗਈ, ਈਦ ਤੋਂ ਬਾਅਦ ਨਾਲ ਹੀ ਅੱਗੇ ਜਨਾਬ ਵਾਢੀਆਂ ਆ ਗਈਆਂ। ਵਾਢੀਆਂ ਤੋਂ ਅੱਗੇ ਗਰਮੀਆਂ ਵਾਢੀਆਂ ਤੋਂ ਅੱਗੇ ਨਾਲ ਹੀ ਗਰਮੀਆਂ ਆ ਗਈਆਂ। ਤੇ ਗਰਮੀਆਂ ਦੇ ਵਿੱਚ ਗਰਮੀਆਂ ਵੀ ਹੁੰਦੀਆਂ, ਕੋਈ ਗੱਲ ਨਹੀਂ ਹੈਗੀ, ਲੇਕਿਨ ਵਾਢੀਆਂ ਦੇ ਵਿੱਚ ਆ ਕੇ ਰੇਟ ਘਟ ਗਿਆ, ਕਣਕ ਦਾ ਰੇਟ ਨਹੀਂ ਨਿਕਲਿਆ। ਜਿਹਨਾਂ ਲੋਕਾਂ ਨੇ ਚੂਜ਼ੇ ਨੂੰ ਘਰਾਂ 'ਚ ਲਿਆ ਕੇ ਖਰੀਦ ਕੇ ਅੱਧਾ ਕਿਲੋ ਚੂਜ਼ਾ ਖਰੀਦ ਕੇ ਆਪਣੇ ਘਰਾਂ 'ਚ ਰੱਖਣਾ ਹੁੰਦਾ ਭਾਈ ਬੱਗਾ ਜੀ, ਉਹਨਾਂ ਲੋਕਾਂ ਕੋਲ ਤਾਂ ਪੈਸੇ ਹੈ ਨਹੀਂ। ਉਹਨਾਂ ਲੋਕਾਂ ਨੇ ਤੇ ਕਣਕ ਵੇਚੀ ਕੋਈ ਨਹੀਂ, ਕਿਉਂਕਿ ਸਾਡਾ ਕੰਮ ਚੱਲਦਾ ਆ ਸ਼ਹਿਰਾਂ 'ਚ ਘੱਟ ਚੱਲਦਾ ਆ ਅੱਧਾ ਕਿਲੋ ਵਾਲਾ। ਠੀਕ ਗੱਲ। ਇਸੇ ਤਰ੍ਹਾਂ ਹੀ ਕੱਲ ਨਾ 11 ਵਜੇ ਸੇ ਮੇਰੇ ਕੋਲ ਆ ਗਿਆ ਬਹੁਤ ਹੀ ਪੁਰਾਣਾ, 25-26 ਸਾਲ ਦਾ ਪੁਰਾਣਾ ਬੰਦਾ ਜਿਹੜਾ ਮਾਲ ਵੇਚਦਾ। ਅੱਛਾ। ਪੂਰਾ ਛਾਪਾ ਭਰਿਆ ਦਾ ਤੇ ਉਹਨੇ ਕੋਈ 15-16 ਪਿੰਡ ਗਿਣ ਕੇ ਦੱਸੇ। ਅੱਛਾ। ਤੇ ਉਹਨੇ ਕਿਹਾ ਸਿਰਫ 7 ਮੁਰਗੇ ਵਿਕੇ ਹੋਏ 16 ਪਿੰਡ ਦੇ। ਠੀਕ ਹੈ। ਤੇ ਕਹਿੰਦਾ 1000 ਰੁਪਏ ਦਾ ਗੱਡੀ 'ਚ ਤੇਲ ਪਾਇਆ, ਰੋਟੀ ਵੀ ਬਾਹਰੋਂ ਖਾਧੀ ਆ ਬਿਲਕੁਲ। ਤੇ ਇੱਥੋਂ ਧੁੱਪ ਵੀ ਚੱਲੀ ਹੈ। ਹਾਂ, ਤੇ ਕਹਿੰਦਾ ਇੱਥੋਂ ਵੀ ਕੋਈ ਅਗਲਾ ਉਹ ਕਹਿੰਦਾ ਬਸੌਗੁਣ ਨੂੰ ਪਿਆ ਸੀ। ਤੇ ਕਹਿੰਦਾ ਹੁਣ ਆਇਆ ਤੇਰੇ ਕੋਲ ਤੇ ਕੀ ਸੂਰਤ ਹਾਲ ਆ। ਅੱਛਾ। ਮੈਂ ਕਿਹਾ ਯਾਰ ਮੈਂ ਫਿਰ ਇੱਕ ਲਾਇਆ ਤੇ ਦੂਸਰਾ ਫਿਰ ਨਿਕਲ ਲੱਗਾ ਲਿਆ ਕੇ ਚੱਲਾਂਗੇ। ਠੀਕ ਹੈ। ਕਹਿੰਦਾ ਯਾਰ ਗੱਲ ਇਸ ਤਰ੍ਹਾਂ ਵਾ ਕਿ ਯਾਰ ਸਮਝ ਨਹੀਂ ਆਉਂਦੀ ਕਿ ਕਹਿੰਦਾ ਕਈ 3-4 ਦਿਨ ਹੋ ਗਏ ਫੇਰੀ ਹੁਣ ਖਾਲੀ ਵਾਪਸ ਜਾਣ ਦੇ ਭਰੇ ਭਰਾਏ ਛਾਪੇ ਲੈ ਕੇ। ਠੀਕ ਹੈ। ਕਿਸੇ ਦਿਨ 5 ਵਜੇ ਤੇ ਕਿਸੇ ਦਿਨ 2 ਤੇ ਕਿਸੇ ਦਿਨ ਕੋਈ ਨਹੀਂ। ਮੈਂ ਯਾਰ ਗੱਲ ਇਸ ਤਰ੍ਹਾਂ ਵਾ ਕਿ ਯਾਰ ਮੁਕੱਦਰ ਈਦ ਆ, ਲੋਕ ਸਫਾਈਆਂ ਘਰੇ ਦੇ ਕਰਨ ਡੀਆਂ। ਇੱਕ ਫਿਰ ਈਦ ਆ ਗਈ, ਮਤਲਬ ਕਿ ਈਦ ਵਾਲਾ ਉਹ ਪਹਿਲਾਂ ਵਾਲਾ ਕੰਮ ਮੁੱਕਿਆ ਨਹੀਂ, ਅੱਗੋਂ ਫਿਰ ਈਦ ਆ ਗਈ, ਫਿਰ ਕੋਈ 7-8 ਦਿਨ ਜਿਹਨਾਂ ਨੂੰ ਭੱਜ ਜਾਣੇ ਨੇ। ਉਸ ਤੋਂ ਤੁਹਾਨੂੰ ਦੱਸਣ ਦਾ ਮਕਸਦ ਸਿਰਫ ਹੈ ਵੇ ਕਿ ਜਿਹੜੇ ਦੂਸਰੇ ਦਿਨ ਹੀ ਨਾ, ਹੁਣ ਅਗਲੇ ਜਿਹੜੇ ਦਿਨ ਆਣੇ ਆ ਨਾ, ਫਿਕਰ ਕਰੇਗਾ ਜਿਸ ਬੰਦੇ ਨੇ ਈਦੋਂ ਬਾਅਦ ਆਪਣਾ ਮਤਲਬ ਕਿ ਇੱਕ ਦਿਨ ਨਾਲ ਬੱਚਾ ਪਾ ਲੈਣਾ ਨਾ, ਉਹਦੇ ਅੱਛੇ ਖਾਸੇ ਦਿਨ ਲੱਗ ਜਾਂਦੇ ਨੇ। ਸਹੀ ਗੱਲ। ਇਸ ਤਰ੍ਹਾਂ ਹੀ ਹੈ ਨਾ, ਕਿਉਂਕਿ ਈਦੋਂ 10 ਦਿਨ ਬਾਅਦ 15 ਦਿਨ ਬਾਅਦ ਆਪਣਾ ਬੱਚਾ ਪਾ ਲਵੇ, ਅੱਗੇ 8-9 ਮਹੀਨੇ ਤਿਆਰ ਹੋ ਜਾਏ, ਅੱਗੇ 8ਵੇਂ-9ਵੇਂ ਮਹੀਨੇ ਤਿਆਰ ਹੋ ਜਾਏ। ਠੀਕ ਹੈ ਨਾ। ਉਦੋਂ ਮੌਸਮ ਵੈਸੇ ਚੇਂਜ ਹੋਣਾ, ਜਿਹੜੇ ਲੋਕੀ ਥੱਕ ਗਿਆ ਮਾਲ ਪਾ ਕੇ। ਹਾਂ, ਉਹਨਾਂ ਨੇ ਨਹੀਂ ਪਾਣਾ, ਉਹਨਾਂ ਨਹੀਂ ਪਾਣਾ ਹੈਗਾ। ਲੇਕਿਨ ਜਿਹੜੇ ਨਵੇਂ ਦੋਸਤ ਨੇ ਉਹ ਕੁਛ ਆਪਣਾ ਇਰਾਦਾ ਬਣਾਉਣ, ਆਪਣਾ ਇਰਾਦਾ ਮਜ਼ਬੂਤ ਕਰਨ, ਔਰ ਉਹ ਈਦੋਂ ਬਾਅਦ ਬੜਾ ਮਾਲ ਪਾਣਾ। ਕਿਉਂਕਿ ਅਗਰ ਦੇਖੋ ਅਸੀਂ ਇਹ ਸਾਰੇ ਮਹੀਨੇ ਪਿਛਲੇ ਚੈੱਕ ਕਰਦੇ ਆ ਰਹੇ ਹਾਂ, ਕਿਹੜੇ ਮਹੀਨੇ ਕੀ ਹੁੰਦਾ, ਕਿਹੜੇ ਮਹੀਨੇ ਕੀ ਹੁੰਦਾ ਜੀ। ਅੱਗੇ ਤੋਂ ਅਸੀਂ ਉਹ ਦੂਸਰਾ ਕੈਲੰਡਰ ਵੀ ਆਪਣੇ ਕੋਲ ਰੱਖਣਾ ਜਾਂ ਕੈਲੰਡਰ ਵੀ ਚੈੱਕ ਕਰਨੇ ਨੇ ਕਿ ਜਨਾਬ ਇਹਨਾਂ ਦਿਨਾਂ ਵਿੱਚ ਈਦ ਕਿਹੜੇ ਦਿਨਾਂ 'ਚ ਆ ਰਹੀ ਹੈ, ਰਮਜ਼ਾਨ ਕਿਹੜੇ ਦਿਨਾਂ 'ਚ ਆ ਰਿਹਾ, ਨਿੱਕੀ ਈਦ ਕਿਹੜੇ ਦਿਨਾਂ 'ਚ ਆ ਰਹੀ ਹੈ। ਕਿਉਂ ਜੀ, ਇਹਨਾਂ ਚੀਜ਼ਾਂ ਨੂੰ ਨੋਟ ਕਰਕੇ ਤੇ ਫਿਰ ਅਸੀਂ ਆਪਣੇ ਯਾਰਾਂ ਦੋਸਤਾਂ ਨੂੰ ਦੱਸਿਆ ਕਰਾਂਗੇ ਕਿ ਇਹ ਮਹੀਨੇ ਦੇ ਕੰਮ ਸਹੀ ਹੈ, ਇਹ ਮਹੀਨੇ 'ਚ ਕੰਮ ਨਹੀਂ ਸਹੀ ਹੈਗਾ। ਅਗਰ ਇਸ ਦਿਨ 'ਚ ਮਾਲ ਤਿਆਰ ਹੋਵੇ ਤਾਂ ਸਹੀ ਵਿਕੇਗਾ, ਅਗਰ ਇਸ ਮਹੀਨੇ 'ਚ ਮਾਲ ਤਿਆਰ ਹੋਏਗਾ ਤਾਂ ਸਹੀ ਨਹੀਂ ਵਿਕੇਗਾ। ਇਸ ਕਰਕੇ ਹੁਣ ਸਾਨੂੰ ਨਜ਼ਰ ਆਉਣ ਡਿਆ ਦਾ ਭਾਈ ਬੱਗਾ ਹੁਣੀ ਦੱਸ ਦਿੰਦੇ ਕਿ ਜਨਾਬ ਜਿਹੜੇ ਅਗਲੇ ਦਿਨ ਆ ਨਾ, ਹੁਣ ਅਗਲੇ ਜਿਹੜੇ ਦਿਨ ਨੇ ਈਦ ਤੋਂ ਬਾਅਦ ਦੇ, ਉਹ ਬਿਹਤਰ ਦਿਨ ਹੈਗੇ ਨੇ, ਜ਼ਬਰਦਸਤ ਦਿਨ ਹੈਗੇ ਨੇ। ਰੇਟ ਜਿਹੜਾ ਉਹ ਤਾਂ ਹੈ ਵਕਤ ਦਾ ਹੀ ਆ। ਦੋਸਤੋ ਗੱਲ ਇਸ ਤਰ੍ਹਾਂ ਵਾ ਕਿ ਇਹ ਇੱਕ ਕਾਰੋਬਾਰ ਆ। ਹਾਂ, ਇਹ ਇੱਕ ਨਫੇ ਨੁਕਸਾਨ ਦਾ। ਇੱਕ ਸਾਡਾ ਦੋਸਤ ਆ ਸਮਝ ਜੀ ਬਹੁਤ ਹੀ ਪੁਰਾਣਾ ਤਲਕ ਵਾਲਾ, ਤੇ ਅਸੀਂ ਉਹਨੂੰ ਵੱਡੇ ਭਾਈ ਦਾ ਰੁਤਬਾ ਦਿੰਨੇ ਆ। ਵੱਡਾ ਭਰਾ ਕਹਿੰਦੇ ਆ। ਤੇ ਉਹਨੇ ਨਾ ਕਰੋੜਾਂ ਰੁਪਈਆ ਲਾ ਕੇ ਨਾ ਲੱਖਾਂ ਨਾਲ ਨਹੀਂ। ਠੀਕ ਹੈ। ਤੇ ਦੋਸਤੋ ਸ਼ੈੱਡ ਤਿਆਰ ਕੀਤਾ। ਅੱਛਾ। ਜੇਠਾ ਉਹਨੇ ਸ਼ੈੱਡ ਤਿਆਰ ਕੀਤਾ ਤੇ ਕਰਨਾ ਰੱਬ ਦਾ, ਤੇ ਯਕਦਮ ਹਵਾ ਹਨੇਰੀ ਚੱਲੀ। ਅੱਛਾ। ਉਹਦਾ ਸਾਰਾ ਫਾਰਮ ਜਿਹੜਾ ਬਿਲਕੁਲ ਗਰਕ ਹੋ ਗਿਆ, ਡਿੱਗ ਗਿਆ। ਅੱਛਾ। ਤੇ ਉਹ ਜੇਠ ਦੇਖੋ ਦੋਸਤੋ ਉਹਦੇ ਜਿੰਨਾ ਉਹਨੇ ਖਰਚਾ ਕੀਤਾ ਦਾ ਸੀ ਨਾ ਸੀਮਟ ਉਹਦੇ, ਤੇ ਅਗਲੇ ਦਿਨ ਉਹਨੇ 18 ਕੁ ਮਜ਼ਦੂਰ ਲਾ ਕੇ ਤੇ ਫਿਰ ਉਹਨੂੰ ਇੱਟਾਂ ਝਾੜਦਾ ਤਿਆਰ ਪਿਆ ਸੀ। ਅੱਛਾ। ਉਹ ਜਿਹੜਾ ਹੁਣ ਸ਼ੈੱਡ ਤਿਆਰ ਕਰਦੇ ਪਏ ਸੀ, ਉਹ ਜਿਹੜੀ ਹੁਣ ਆਂਦੀ ਤੂਫਾਨ ਚੱਲਿਆ ਡਿੱਗ ਗਿਆ। ਉਹ ਡਿੱਗ ਗਿਆ, ਸਾਰੇ ਡਿੱਗ ਗਿਆ। ਅੱਲਾਹ ਦੇਖੋ ਤੁਹਾਡੇ ਇੱਕ ਨਾਰੋਵਾਲ ਦੀ ਜ਼ਿਲ੍ਹੇ ਦੀ ਇੱਕ ਮਿਸਾਲ ਆ। ਠੀਕ ਹੈ। ਲੇਕਿਨ ਕੁਦਰਤੀ ਰੱਬ ਵੱਲੋਂ ਜੋ ਰੱਬ ਨੂੰ ਮਨਜ਼ੂਰ ਸੀ, ਪਤਾ ਨਹੀਂ ਧੱਕੇ ਦੀ ਕੋਈ ਮੁਸੀਬਤ ਆਈ ਸੀ, ਅੱਲਾ ਨੇ ਬਾਹਰੋਂ ਬਾਹਰ ਟਾਲ ਦਿੱਤੀ ਆ। ਬਿਲਕੁਲ ਐਸਾ ਹੋ ਜਾਂਦਾ। ਤੇ ਲੇਕਿਨ ਉਹ ਦੋਸਤੋ ਉਹਨੇ ਦਿਲ ਨਹੀਂ ਛੱਡਿਆ, ਉਹਨੂੰ ਕਿਹਾ ਕਿ ਹਿੰਮਤ ਕਰ, ਉਹਨੇ ਕਿਹਾ ਕਿ ਹਿੰਮਤ ਕਰਨੀ ਆ। ਹਾਂ ਬਿਲਕੁਲ। ਇਹਨੇ ਫੇਰ ਤਿਆਰ ਕਰਨਾ। ਠੀਕ ਹੈ। ਉਹਨੇ ਦੱਸਤੀ ਅਗਲੇ ਦਿਨ 18 ਮਜ਼ਦੂਰ ਲਾ ਕੇ ਨਾ, ਹਾਂ, ਸੀਮਟ ਬਜਰੀ ਉਸੇ ਤਰ੍ਹਾਂ ਸਮਝਿਓ ਜਿੰਨਾ ਵੀ ਨਾ ਤਿਆਰ ਕਰਨਾ ਸ਼ੁਰੂ ਕਰਤਾ, ਇੱਟਾਂ ਝਾੜ ਨਵੇਂ ਸਿਰੇ। ਤੇ ਦੋਸਤੋ ਹੁਣ ਦੇਖੋ ਤਾਂ 15 ਦਿਨ ਜਾਂ ਮਹੀਨਾ ਫਿਰ ਦੁਬਾਰਾ ਲੱਗ ਜਾਣਾ। ਠੀਕ ਹੈ। ਲੇਕਿਨ ਦੋਸਤਾਂ ਕਾਰੋਬਾਰ 'ਚ ਕੋਈ ਹੈ ਹੀ ਆ ਤੇ ਉਹ ਦੁਬਾਰਾ ਕਰ ਰਿਹਾ ਨਾ। ਬਿਲਕੁਲ। ਤੇ ਮਾੜੇ ਬੰਦੇ ਨੂੰ ਲੱਖਾਂ ਕਰੋੜਾਂ ਰੁਪਏ ਸੱਟ ਪੈ ਜੇ। ਦੇਖੋ 1.5-2 ਕਨਾਲ ਦੇ ਵਿੱਚ ਉਹ ਤਿਆਰ ਕਰ ਰਿਹਾ ਸੀ। ਬਿਲਕੁਲ ਠੀਕ ਹੈ। ਤੇ ਉਹ ਹਵਾ ਬਸ ਹਨੇਰੀ ਕੋਈ ਚੱਲੀ ਆ। ਹਾਂ, ਤੂਫਾਨ ਚੱਲਿਆ ਪਿੱਛੇ 2 ਦਿਨ ਦੋ ਦੀ ਵਜ੍ਹਾ ਤੋਂ ਆ ਕੇ ਥੋੜਾ ਨੁਕਸਾਨ। ਗੱਡੀ ਤੇ ਛੱਤ ਨਹੀਂ ਨਾ ਪਾਈ ਦੀ ਹੋਣੀ। ਛੱਤ ਦੇ ਉੱਤੇ ਨਹੀਂ ਗਾ ਹਰ ਚੀਜ਼ ਉੱਤੇ ਉਹ ਕਿਉਂ ਕਿਦੀ
ਠੀਕ ਹੈ। ਤੇ ਬਸ ਉਹ ਰੱਬ ਨੂੰ ਜੋ ਮਨਜ਼ੂਰ ਸੀ। ਬਿਲਕੁਲ ਬਿਲਕੁਲ। ਤੇ ਲੇਕਿਨ ਬਹੁਤ ਗੱਲ ਅਫਸੋਸ ਕੰਮ ਹੋਇਆ। ਹਾਂ, ਅੱਲਾ ਉਹਨਾਂ ਨੂੰ ਮਤਲਬ ਕਿ ਹੋਰ ਹਿੰਮਤ ਦੇਵੇ। ਇਹ ਗੱਲ ਦੱਸਣ ਦਾ ਸਿਰਫ ਮਕਸਦ ਦੋਸਤ ਇਹ ਹੈ ਕਿ ਇਸ ਕਾਰੋਬਾਰ ਦੇ ਵਿੱਚ ਪੈਸੇ ਹੈਗੇ ਨੇ, ਨੁਕਸਾਨ ਹੋਇਆ ਕੋਈ ਬੜੀ ਗੱਲ ਹਾਂ ਨਹੀਂ। ਪੈਸੇ ਨਹੀਂ ਹੈਗੇ, ਇਹ ਗਲਤ ਗੱਲ ਹੈਗੀ, ਪੈਸੇ ਹੈ ਨੇ, ਲੇਕਿਨ ਕੁਝ ਹਾਲਾਤ ਦੀ ਵਜ੍ਹਾ ਤੋਂ ਵੀ ਕੁਝ ਹੋ ਜਾਂਦਾ ਜਾਂ ਕੁਝ ਬੰਦੇ ਦੀ ਆਪਣੇ ਤਜਰਬੇ ਦੀ ਵਜ੍ਹਾ ਤੋਂ ਹੋ ਜਾਂਦਾ। ਲੇਕਿਨ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਹੋ, ਤੁਸੀਂ ਜਿਹੜਾ ਸਾਡੀ ਵੀਡੀਓ ਵੇਖਦਾ ਪਿਆ, ਅਸੀਂ ਤਜਰਬਾ ਤੁਹਾਨੂੰ ਅਸੀਂ ਦੱਸ ਦਿੱਤਾ, ਮਾਲ ਨੂੰ ਪਾਲਣ ਦਾ ਤਜਰਬਾ ਅਸੀਂ ਦੱਸ ਦਿੱਤਾ। ਜੇ ਤਜਰਬਾ ਹਰ ਹਾਲ ਦੇ ਵਿੱਚ ਹੋਏਗਾ, ਅੱਲਾ ਖੈਰ ਕਰੇ, ਉਹਦੇ ਵੱਲੋਂ ਤੁਹਾਨੂੰ ਅਸੀਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਛੱਡਾਂਗੇ। ਲੇਕਿਨ ਮਾਲ ਸੇਲ ਕਰਨਾ ਜਾਂ ਅਗਰ ਰੇਟ, ਉਹ ਵਕਤ ਦੀ ਗੱਲ ਹੈਗੀ ਆ। ਦੇਖੋ ਸਾਡੇ ਆਪਣਾ ਲੰਗੀਆਂ ਦਾ ਭਾਈ ਸੀ ਬਾਬਾ ਉਹਦਾ ਸ਼ੈੱਡ ਵੀ ਡਿੱਗ ਗਿਆ ਸੀ, ਡਿੱਗ ਗਿਆ ਸੀ ਬਿਲਕੁਲ। ਤੇ ਲੇਕਿਨ ਉਹਨੇ ਹਿੰਮਤ ਕਰਕੇ ਲਾਹੌਰੋਂ ਗਾਰਡਰ ਲਿਆ ਕੇ ਨਾ, ਠੀਕ ਹੈ, ਪੁਰਾਣੇ ਗੱਲ ਲੈ ਕੇ ਕੱਲ ਦਾ ਉੱਤੇ ਨਾ ਉਹਨਾਂ ਫੇਰ ਤਿਆਰ ਕਰ ਦਿੱਤਾ। ਛੱਤ ਤੇ ਪਾ ਅੱਜ ਦਿੱਤੀ ਹੈ। ਉਹਦੇ ਤੇ ਛੱਤ ਜੇ ਉਹਨੂੰ ਰਾਤ ਦੀ ਰੱਖ ਦਿੱਤੀ ਆ, ਤੇ ਅੱਜ ਮਾਸ਼ਾਅੱਲਾ, ਉਹਨੇ ਭਰਤੀ ਕਰਕੇ ਮਾਸ਼ਾਅੱਲਾ। ਹਾਂ ਸੁਬਾਹ ਉਹਨੂੰ ਮਾਲ ਲਿਆ ਕੇ ਦੇਣਾ ਅੱਜ ਸੀ, ਸਿਰਫ ਅੱਜ ਮੈਂ ਲਪਾਈ ਮੁਕਾ ਉਹਦਾ ਸਿਰਫ ਦਸਾਂ 200 ਕਰ ਲੈ, ਇਸ ਤਰ੍ਹਾਂ ਸਿਰਫ ਉਹ ਕਰਨਾ ਕੀ ਹੈ ਤੁਸੀਂ ਕਿ ਜ਼ਿਆਦਾ ਜੱਫਾ ਨਹੀਂ ਮਾਰਨਾ। ਕੰਮ ਕਰਨਾ ਨਾ ਜਦੋਂ, ਜ਼ਿਆਦਾ ਜੱਫਾ ਨਹੀਂ ਮਾਰਨਾ ਹੈਗਾ ਕਿ ਮਤਲਬ ਕਿ ਤੁਸੀਂ ਯਕਦਮ ਹੀ 5-5 7-7 ਹਜ਼ਾਰ 10-10 ਹਜ਼ਾਰ ਚੂਦਾ ਪਾ ਲਵੋ। ਉਹ ਇਸ ਲਈ ਕਿ ਤੁਸੀਂ ਸਟਾਰਟ ਕਰਨਾ ਤੇ ਥੋੜੇ ਤੋਂ ਸਟਾਰਟ ਕਰਨਾ, ਥੋੜੇ ਤੋਂ ਕਰੋ ਥੋੜੇ, ਤੇ ਕੋਸ਼ਿਸ਼ ਕਰਨੀ ਹੈ ਤੁਸੀਂ ਖੁਦ ਆਪਣੇ ਪੈਰ ਜਮਾਓ ਇਸ ਕਾਰੋਬਾਰ ਦੇ ਵਿੱਚ। ਕਿਸੇ ਦਾ ਸਹਾਰਾ ਨਹੀਂ ਲੈਣਾ ਹੈਗਾ। ਸਹਾਰੇ ਤੋਂ ਮਤਲਬ ਕਿ ਤੁਸੀਂ ਕਿਸੇ ਫੇਰੀਵਾਨ ਦਾ ਸਹਾਰਾ ਲਵੋ ਜਾਂ ਕਿਸੇ ਬ੍ਰੋਕਰ ਦਾ ਸਹਾਰਾ ਲਵੋ। ਬਿਹਤਰ ਇਹੀ ਹੈ ਤੁਹਾਡੇ ਵਾਸਤੇ ਕਿ ਅਗਰ ਤੁਸੀਂ ਇਸ ਕਾਰੋਬਾਰ ਨੂੰ ਦੇ ਵਿੱਚ ਵੜਨਾ ਨਾ, ਇਸ ਕਾਰੋਬਾਰ ਨੂੰ ਤੁਸੀਂ ਕਹਿੰਦੇ ਕਰਨਾ, ਉਹਨਾਂ ਨੂੰ ਖੁੱਲਾ ਡੁੱਲਾ ਕਰਨਾ, ਸਭ ਤੋਂ ਪਹਿਲੇ ਤੁਹਾਨੂੰ ਖੁਦ ਵੀ ਤਜਰਬਾ ਹੋਣਾ ਚਾਹੀਦਾ। ਖੁਦ ਤੁਹਾਨੂੰ ਸੇਲ ਕਰਨ ਦਾ ਵੀ ਤੁਹਾਡੇ ਕੋਲ ਤਜਰਬਾ ਹੋਣਾ ਚਾਹੀਦਾ। ਖੁਦ ਦੇ ਤੁਹਾਡੇ ਕੋਲ ਫੇਰੀਵਾਨ ਹੋਣੇ ਚਾਹੀਦੇ ਨੇ, ਖੁਦ ਦੇ ਤੁਹਾਡੇ ਖੁੱਡੇ ਵਗੈਰਾ ਹੋਣੇ ਚਾਹੀਦੇ ਨੇ, ਖੁਦ ਦੇ ਤੁਹਾਡੇ ਹੋਟਲ, ਮੈਰਿਜ ਹਾਲ, ਇਹਨਾਂ ਜਗ੍ਹਾ ਤੇ ਤੁਹਾਡੇ ਰਾਬਤੇ ਹੋਣੇ ਚਾਹੀਦੇ ਨੇ, ਤਾਂ ਕਿ ਜਿੱਥੇ ਜਿੱਥੇ ਚੂਦਾ ਵਿਕਦਾ ਹੈ। ਕਿਉਂ ਭਾਈ ਜੀ, ਹਿੰਮਤ ਨਹੀਂ ਹਾਰ ਜਿੱਥੇ ਕੜਾਈਆਂ ਵਿਕਦੀਆਂ ਨੇ, ਠੀਕ ਹੈ ਨਾ, ਇਹਨਾਂ ਜਗ੍ਹਾ ਤੇ ਤੁਸੀਂ ਆਪਣੇ ਰਾਬਤੇ ਕਾਇਮ ਕਰੋ ਔਰ ਆਪਣੇ ਮਤਲਬ ਪੈਰ ਜਮਾਓ। ਮਾਰਕੀਟ ਦੇ ਵਿੱਚ ਥੋੜੇ ਥੋੜੇ ਕਰਕੇ ਪੈਸੇ ਖਿਲਾਰੋ, ਠੀਕ ਹੈ, ਥੱਲੇ ਲਾਓ, 2-2 4-4 ਚੂਜ਼ੇ ਥੱਲੇ ਲਾ ਦਿਓ ਲੋਕਾਂ ਦੇ। ਇਸ ਤਰ੍ਹਾਂ ਦੁਕਾਨਦਾਰ ਥੋੜਾ ਜਿਹਾ ਲਾਲਚੀ ਹੁੰਦਾ, ਇਸੇ ਚੀਜ਼ ਦਾ ਹੁੰਦਾ ਕਿ ਨਾ ਬਸ ਠੀਕ ਆ, ਆਇਆ ਪਿਛਲਾ ਬਿੱਲ ਲੈ ਲਿਆ, ਅਗਲਾ ਬਿੱਲ ਦੇ ਅਗਲਾ ਬਿੱਲ ਦੇ ਗਏ। ਅਸੀਂ ਕਮ ਸੇ ਕਮ ਪੌਣੇ 2 ਲੱਖ ਰੁਪਏ ਥੱਲੇ ਲਵਾਇਆ ਜਾ ਲਾਇਦਾ, ਆਸਤਾ ਲਾਇਦਾ, ਯਕਦਮ ਤੇ ਨਹੀਂ ਲਾਇਦਾ, ਲੇਕਿਨ ਆਸਤਾ ਸੇ ਲੇਕਿਨ ਅਸੀਂ ਆਪਣੇ ਘਰ ਬੈਠਾ ਸਮਝੋ ਸਾਡੇ ਦੁਕਾਨਾਂ ਚੱਲਦੀਆਂ ਨੇ, ਸਾਡੇ ਖੁੱਡੇ ਚੱਲਦੇ ਪਏ ਨੇ, ਰੋਟੀ ਚੱਲਦੀ ਪਈ ਆ। ਸਾਡਾ ਥੋੜਾ ਜਿਹਾ ਮਸਲਾ ਰੇਟ ਦਾ ਬਣਿਆ ਗਾ ਯਾਰ। ਹਾਂ, ਉਹ ਵੀ ਕੋਈ ਨਹੀਂ ਹੋਏਗਾ ਕੰਮ ਇਨਸ਼ਾਅੱਲਾ, ਕੋਈ ਨਹੀਂ, ਅਗਲੇ ਦਿਨ ਪੂਰੇ ਹੋ ਜਾਏਗਾ। ਨਹੀਂ ਉਹ ਤੇ ਹੋ ਜਾਏਗਾ ਅੱਲਾ ਖੈਰ ਕੀਤੀ। ਲੇਕਿਨ ਇਸ ਤਰੀਕੇ ਨਾਲ ਤੁਸੀਂ ਅਗਰ ਕੰਮ ਕਰੋਗੇ ਨਾ, ਤਾਂ ਤੁਸੀਂ ਇਸ ਕਾਰੋਬਾਰ ਦੇ ਵਿੱਚ ਕਾਮਯਾਬ ਹੈਗੇ ਹੋ, ਠੀਕ ਹੈ ਨਾ। ਔਰ ਹਰ ਕੋਈ ਤੇ ਇਹ ਕੰਮ ਕਰ ਨਹੀਂ ਸਕਦਾ। ਨਹੀਂ ਹਰ ਬੰਦਾ ਕਿ ਨਹੀਂ ਕਰਦਾ, ਹਰ ਬੰਦਾ ਕੋਈ ਕੰਮ ਇਹ ਕਰ ਨਹੀਂ ਸਕਦਾ, ਤੇ ਲੇਕਿਨ ਜਿਹਦਾ ਇਰਾਦਾ ਆ ਨਾ, ਉਹ ਇਹ ਛੱਡ ਨਹੀਂ ਸਕਦਾ, ਉਹ ਕਰਕੇ ਛੱਡੇਗਾ, ਅੱਲਾ ਖੈਰ ਕਰੇ। ਔਰ ਉਹਨੂੰ ਅਸੀਂ ਇਹ ਦੱਸ ਦਿੰਦੇ ਆ ਕਿ ਜਨਾਬ ਕਿਸ ਤਰੀਕੇ ਨਾਲ ਉਹਨੇ ਕਾਮਯਾਬ ਹੋਣਾ ਹੈ। ਸਭ ਤੋਂ ਪਹਿਲੇ ਸਰਕਾਰ ਮਾਲ ਪਾਉਣ ਤੋਂ ਪਹਿਲੇ ਉਹਦੇ ਕੋਲ ਤਜਰਬਾ ਹੋਣਾ ਚਾਹੀਦਾ। ਤਜਰਬਾ ਉਹ ਸਾਡੇ ਕੋਲ ਆ, ਬੰਦਾ ਸਾਡੇ ਕੋਲ ਫ੍ਰੀ ਆ, ਠੀਕ ਹੈ। ਕਿਸੇ ਟਾਈਮ ਹੀ ਕਿਦੋਂ ਵੀ ਤੁਸੀਂ ਫੋਨ ਕਰੋ, ਬੰਦਾ ਹਾਜ਼ਰ ਹੈ, ਠੀਕ ਹੈ ਨਾ। ਤੇ ਵੀਡੀਓ ਤੁਸੀਂ ਵੇਖੋ, ਵੀਡੀਓ ਦੇ ਵਿੱਚ ਅਸੀਂ ਹਰ ਗੱਲ ਦੱਸੀ ਦੀ ਹੈ, ਜਿਹੜਾ ਤੁਸੀਂ ਸਵਾਲ ਕਰੋਗੇ ਅਸੀਂ ਉਹਦਾ ਜਵਾਬ ਦਿੰਦੇ ਆ। ਔਰ ਤੁਸੀਂ ਪਿਛਲੀ ਵੀਡੀਓ ਸਾਰੇ ਚੈਨਲ ਦਾ ਵਿਜ਼ਿਟ ਕਰੋ, ਜਿਹੜੇ ਨਵੇਂ ਦੋਸਤ ਨੇ, ਠੀਕ ਹੈ ਨਾ, ਉਹਨਾਂ ਨੂੰ ਸਾਰਾ ਤਜਰਬਾ ਇਹਨਾਂ ਵੀਡੀਓ ਦੇ ਵਿੱਚ ਮਿਲ ਜਾਏਗਾ। ਤਜਰਬੇ ਦੀ ਟੈਨਸ਼ਨ ਲੈਣੀ, ਤਜਰਬਾ ਤੁਹਾਨੂੰ ਅਸੀਂ ਦੱਸ ਦਿਆਂਗੇ। ਅੱਗੇ ਤੁਸੀਂ ਫੇਰੀਵਾਨ ਬਣਾਉਣੇ ਨੇ, ਅੱਗੇ ਤੁਸੀਂ ਖੁੱਡੇ ਬਣਾਉਣੇ ਨੇ, ਔਰ ਉਸ ਤੋਂ ਬਾਅਦ ਤੁਸੀਂ ਜਿਹੜੇ ਮੈਰਿਜ ਹਾਲ ਹੈ ਨਾ, ਜਿਹੜੇ ਮੈਰਿਜ ਹਾਲ ਨੇ ਜਾਂ ਲਾਹੌਰ ਜਿਹੜੇ ਹੋਟਲ ਨੇ, ਦੇਖੋ ਸਿਆਲ ਆ ਗਿਆ ਨਾ, ਹਾਂਜੀ, ਉਹਨਾਂ ਇੰਨਾ ਕੁ ਮਾਲ ਖਰੀਦਣਾ ਕਰਨਾ, ਸਿਆਲ ਦਾ ਸਟਾਕ ਕਰਨਾ ਕਰਨਾ ਕਿ ਦੁਬਾਰਾ ਕੀ ਪਤਾ ਲੱਭਣਾ ਕਿ ਨਹੀਂ ਲੱਭਣਾ ਹੈਗਾ। ਭਾਈ ਬੱਗਾ ਜੀ, ਹੁਣ ਦੱਸੋ ਕਿ ਇਹ ਜਿਹੜਾ ਮੌਸਮ ਚੱਲ ਰਿਹਾ ਹੈ, ਇਸ ਮੌਸਮ ਤੇ ਜਾਂ ਅੱਗੇ ਜਿਹੜਾ ਮੌਸਮ ਆਣਾ ਆ, ਇਹਦੇ ਵਿੱਚ ਕੋਈ ਬਿਮਾਰੀਆਂ ਆਉਣ ਦਾ ਚਾਂਸ ਹੈ? ਦੇਖੋ ਇਹ ਜਿਹੜਾ ਮੌਸਮ ਆ ਨਾ, ਹਾਂਜੀ, ਇਹ ਮਿੰਟ ਚ ਦੀ ਨੇਰੀ ਆਈਦੀ ਹੈ, ਮਿੰਟ ਚ ਦੀ ਹਟ ਜਾਂਦੀ ਹੈ, ਠੀਕ ਹੈ। ਉਹ ਅੱਜ ਕੱਲ ਜਦੋਂ ਘੱਟਾ ਉੱਠ ਕੇ ਆਉਂਦਾ ਨਾ ਤੇ ਬਰਤਨਾਂ 'ਚ ਪੈਂਦਾ ਨਾ, ਉਹ ਬਰਤਨ ਗੰਦੇ ਹੋ ਜਾਂਦੇ ਨੇ, ਠੀਕ ਹੈ, ਤੇ ਫੌਰਨ ਈਕੋਲਾਈ ਬਿਮਾਰੀ ਆ ਜਾਂਦੀ ਹੈ। ਅੱਛਾ, ਈਕੋਲਾਈ ਬਿਮਾਰੀ ਆ ਜਾਂਦੀ ਹੈ, ਉਹਦੇ ਅੰਦਰ ਉਸ ਤੋਂ ਬਾਅਦ ਸਾਹ ਦਾ ਮਸਲਾ ਬਣਾਉਂਦੀ ਹੈ। ਤੇ ਉਹ ਜੇਠਾ ਵੀ ਦੋਸਤੋ ਹਵਾ ਚੱਲੇ ਦਸਤੀ ਪਰਦੇ ਉਹਦੇ ਲਾ ਦਿਆ ਕਰੋ, ਠੀਕ ਹੈ, ਤਾਂ ਕਿ ਬਾਹਰ ਦੀ ਗੰਦੀ ਹਵਾ ਅੰਦਰ ਨਾ ਆਵੇ, ਠੀਕ ਹੈ। ਕਿਉਂਕਿ ਬਰਤਨ ਸਾਡੇ ਹੁੰਦੇ ਨੇ ਓਪਨ ਦੇ, ਸਾਡੇ ਕੰਟਰੋਲ ਛੱਡ ਤੇ ਹੈ ਕੋਈ ਨਹੀਂ, ਓਪਨ ਹੈ ਨਾ, ਓਪਨ ਨੇ, ਤੇ ਸਾਨੂੰ ਓਪਨ ਹੀ ਚਾਹੀਦੇ ਨੇ, ਕੰਟਰੋਲ ਨਹੀਂ ਕਰਨਾ ਵੀ ਕੀ ਆ, ਠੀਕ ਹੈ। ਤੇ ਉਹਦੇ ਵਿੱਚ ਜਿਹੜੀ ਈਕੋਲਾਈ ਬਿਮਾਰੀ ਆ ਨਾ, ਉਹ ਧੱਕੇ ਨਾਲ ਦਾ ਠੀਕ 24 ਘੰਟਿਆਂ ਬਾਅਦ ਉਹਦਾ ਪਾਣੀ ਜਿਹੜਾ ਲਾਜ਼ਮੀ 12 ਘੰਟੇ ਬਾਅਦ ਬਦਲਿਆ ਕਰੋ, ਠੀਕ ਹੈ। ਇਸ ਵਾਸਤੇ ਕਿ ਘੱਟਾ ਜਿਹੜਾ ਨਾ ਉਹ ਗਰਦੋ ਗੁਆਰ ਅੰਦਰੋਂ ਵੀ ਅੱਜ ਕੱਲ੍ਹ ਘੱਟਾ ਬੜਾ ਉੱਡਦਾ ਬਿਲਕੁਲ, ਮੌਸਮ ਚੂਚੇ ਬੜਾ ਠਾਲਦੇ ਨੇ, ਠੀਕ ਹੈ। ਤੇ ਜੇ ਗੰਦੇ ਬਰਤਨਾਂ 'ਚ ਪੈਣਾ ਘੱਟਾ ਤੇ ਦਸਤ ਈਕੋਲਾਈ ਆਉਂਦੀ ਹੈ। ਈਕੋਲਾਈ ਨਾਲ ਫਿਰ ਸਾਰੀਆਂ ਬਿਮਾਰੀਆਂ ਨਿਕਲ ਆਉਂਦੀਆਂ, NPH ਹਰ ਬਿਮਾਰੀ ਉਹਦੇ ਨਾਲ ਨਿਕਲਦੀ ਗਈ, ਠੀਕ ਹੈ। ਉਹਦੇ ਤੇ ਤੁਸੀਂ ਇਤਿਆਤਨ ਜਾਣਾ, ਪਰਦਿਆਂ ਨੂੰ ਯਾਰ ਝਾੜੋਗੇ ਵੀ ਨਾ, ਅੰਦਰ ਘਟਾ ਜਾਂਦਾ ਇਸ ਤਰ੍ਹਾਂ ਹੀ ਆ। ਤੇ ਈਕੋਲਾਈ ਦਾ ਜਿਹੜਾ ਨਾ ਖਿਆਲ ਰੱਖਣ ਵਾਸਤੇ ਹੈਡਰੀਨ ਜਾਂ ਸ਼ਰਬਤ ਹੈਡਰੀਨ, ਉਹ ਲਾਜ਼ਮੀ ਇਸਤੇਮਾਲ ਕਰੋ, ਹਰ ਵਾਰੀ ਕਰਿਆ ਕਰੋ। ਹਫਤੇ ਵਿੱਚ 3 ਦਿਨ 4 ਦਿਨ ਲਾਜ਼ਮੀ 10 ਦਿਨਾਂ 'ਚ ਮਸਲਾ ਹੋਵੇ ਜਾਂ ਨਾ ਹੋਵੇ ਜਾਂ ਨਾ ਹੋਵੇ, ਤਾਂ ਕਿ ਉਹ ਜਿਹੜਾ ਗਲਾ ਬਿਲਕੁਲ ਦਾ ਕਲੀਅਰ ਤੇ ਸਾਫ਼ ਹੋ ਜਾਏ ਕਰੇਗਾ।
3 ਦਿਨ ਦਾ ਚਲਾ ਕੇ ਰੱਖਣਾ, ਫਿਰ ਤਿੰਨ ਦਿਨ ਆਪਾਂ ਛੁੱਟੀ ਕਰ ਲਈ। ਹਾਂ ਹਫਤਾ ਛੁੱਟੀ ਕਰ, ਮਹੀਨੇ ਵਿੱਚ ਕਮ ਸੇ ਕਮ 9 ਦਫਾ ਜਾਣਾ, ਹੂੰ ਉਹਨੂੰ 9 ਦਿਨ ਚਲਾਓ, 21 ਦਿਨ ਛੁੱਟੀ ਕਰੋ ਔਰ 9 ਦਿਨ ਚਲਾਓ। ਸਿਰਫ ਜਿਹੜਾ ਤੇ ਉਹ ਸਿਰਪ ਤੇ ਕੋਈ ਏਡਾ ਮਹਿੰਗਾ ਸਿਰਪ ਨਹੀਂ ਹੈ, 120-30 ਰੁਪਏ ਦਾ ਹੁੰਦਾ ਪਿਆ, ਬਿਲਕੁਲ ਇਸ ਤਰ੍ਹਾਂ ਹੀ ਆ। ਲੇਕਿਨ ਉਹਦਾ ਗਲਿਆ ਹਰ ਚੀਜ਼ ਦੀ ਅਗਰ ਨਾਲ 3 clear ਵਾਰ ਹੋ ਜਾਏਗੀ। ਪੂਰੇ ਮਹੀਨੇ ਚ 3 ਦਫਾ ਚਲਾਇਆ ਤਾਂ 300-350 ਰੁਪਏ ਬਣਨਾ, 350 ਬਣਨਾ। ਇਸ ਤਰ੍ਹਾਂ ਹੀ ਹੈ ਨਾ। ਆ ਤੇ ਉਹਦੇ ਨਾਲ ਕੋਈ ਇੱਕ ਚੂਜ਼ੇ ਦਾ ਮੁੱਲ ਵੀ ਨਹੀਂ ਹੈਗਾ, ਇੱਕ ਚੀਜ਼ ਦਾ ਮੁੱਲ ਵੀ ਨਹੀਂ। ਲੇਕਿਨ ਇਹ ਹੈ ਕਿ ਉਹਦੇ ਨਾਲ ਤੁਹਾਡਾ ਚੂਜ਼ਾ ਤੰਦਰੁਸਤ ਰਹੇਗਾ, ਬਿਮਾਰੀ ਨਹੀਂ ਆਏਗੀ। ਕੱਲ ਤੁਹਾਨੂੰ ਹੋਰ ਬਿਮਾਰੀ ਦੇ ਬਾਰੇ ਮਾਲੂਮਾਤ ਦਵਾਂਗੇ, ਅੱਲਾ ਖੈਰ ਕੀਤੀ। ਐ ਨਹੀਂ ਕਿ ਸਾਨੂੰ ਹਰ ਪਤਾ ਕਿ ਵਕਤ ਦੇ ਹਿਸਾਬ ਨਾਲ, ਵਕਤ ਦੇ ਹਿਸਾਬ ਨਾਲ ਔਰ ਮੌਸਮ ਕਿਉਂਕਿ ਦੇ ਅੱਜ ਹਿਸਾਬ ਕੱਲ ਨਾਲ ਜੇ ਬੰਦਾ ਇੱਥੋਂ ਫਾਰਮ ਤੋਂ ਉੱਥੇ ਜਾ ਤੇ ਮਗਰੇ ਹਵਾ ਚੜ ਕੇ ਘੱਟੇ ਨਾਲ ਬਰਤਨ ਭਰ ਜਾਂਦੇ ਨੇ। ਭਰ ਜਾਂਦੇ ਨੇ, ਇਸ ਤਰ੍ਹਾਂ ਹੀ ਆ। ਤੇ ਅੱਜ ਕੱਲ ਜਿਹੜੀ ਵੇਠ ਹੁੰਦੀ ਆ ਨਾ, ਉਹ ਵੀ ਚੂਚਾ ਬੜੀ ਸਪੀਡ ਨਾਲ ਕਰਦਾ ਵਾ, ਠੀਕ ਹੈ, ਉਹਦੇ ਵਿੱਚ ਬਰਤਨਾਂ ਨਾਲ ਲੱਗਾ ਜੀ ਹੁੰਦਾ ਵਾ। ਆਹੋ ਆਹੋ। ਤੇ ਇਸ ਵਾਸਤੇ ਕਿ ਜਦੋਂ ਥਾਂ ਤਾਂ ਹੋਣਾ ਤੇ ਉਹਨੇ ਗੰਦਾ ਬਿੱਠਾ ਬਾਹਰ ਹੁੰਦੀਆਂ ਤੇ ਉਹ ਜਦੋਂ ਪਾਰ ਮਾਰਦੇ ਤੇ ਖਿਲਰ ਕੇ ਵਿੱਚ ਪੈ ਜਾਂਦੀਆਂ। ਪੈ ਜਾਂਦੀ ਹੈ, ਠੀਕ ਹੈ ਜੀ ਦੋਸਤੋ। ਵਕਤ ਦੇ ਨਾਲ ਅੱਲਾ ਖੈਰ ਕਰੇ, ਅਸੀਂ ਤੁਹਾਨੂੰ ਹਰ ਚੀਜ਼ ਤੋਂ ਆਗਾਹ ਕਰਦੇ ਜਾਵਾਂਗੇ, ਕਿਹੜੇ ਕਿਹੜੇ ਮੌਸਮ ਦੇ ਵਿੱਚ ਕਿਹੜੀ ਕਿਹੜੀ ਬਿਮਾਰੀ ਆਉਂਦੀ ਆ ਔਰ ਉਹਦਾ ਹੱਲ ਕੀ ਆ, ਉਹ ਅਸੀਂ ਹਰ ਤਰ੍ਹਾਂ ਹਰ ਤਰੀਕੇ ਨਾਲ ਤੁਹਾਨੂੰ ਮਤਲਬ ਕਿ ਤੁਹਾਨੂੰ ਸ਼ੇਅਰ ਕਰਦੇ ਰਹਾਂਗੇ। ਭਾਈ ਬੱਗਾ ਸਾਡੇ ਕੋਲ ਮੌਜੂਦ ਆ, ਇਹ ਇਹਨਾਂ ਕੋਲ ਜਿਹੜੀ ਵੀ ਇਨਫੋਰਮੇਸ਼ਨ ਹੈਗੀ ਹੈ ਇਹਨਾਂ ਕੋਲ ਲੈ ਕੇ ਅਸੀਂ ਤੁਹਾਡੇ ਤੱਕ ਪਹੁੰਚਾਉਣਾ ਸਾਡੀ ਡਿਊਟੀ ਆ। ਲੇਕਿਨ ਕੰਮ ਤੁਸੀਂ ਕਰਨਾ, ਹਿੰਮਤ ਤੁਸੀਂ ਹਾਰਨੀ ਨਹੀਂ ਹੈਗੀ। ਰੇਟ ਜਿਹੜੇ ਨੇ ਇਹ ਵਕਤ 'ਚ ਥਾਂ ਥਾਂ ਹੁੰਦੇ ਰਹਿੰਦੇ ਨੇ, ਤੁਹਾਨੂੰ ਇਸ ਮੁਲਕ ਦਾ ਸਾਰੇ ਦੋਸਤਾਂ ਨੂੰ ਪਤਾ ਕਿ ਇੱਥੇ ਰੇਟ ਜੇਕਰ ਥਾਂ ਹੋਇਆ ਨਾ ਤਾਂ ਹੋਣਾ ਹੀ ਹੋਣਾ। ਅਗਰ ਇੱਕ ਸੀਜ਼ਨ ਮੰਦਾ ਲੱਗਾ ਨਾ ਤੇ ਦੂਜਾ ਸੀਜ਼ਨ ਲੱਗਣਾ ਹੀ ਲੱਗਣਾ ਆ। ਇਹ ਸਾਡਾ ਤਜਰਬਾ ਹੋ ਚੁੱਕਿਆ ਦਾ ਇਸ ਮੁਲਕ ਦੇ ਵਿੱਚ। ਇਸ ਕਰਕੇ ਦੋਸਤੋ ਤੁਸੀਂ ਹਿੰਮਤ ਨਹੀਂ ਹਾਰਨੀ ਔਰ ਕੰਮ ਨੂੰ ਤੁਸੀਂ ਕਰਨ ਦੀ ਕੋਸ਼ਿਸ਼ ਕਰਨੀ ਆ। ਈਦ ਤੋਂ ਬਾਅਦ ਜਿਹੜੇ ਦਿਨ ਆ ਰਹੇ ਨੇ, ਵੱਡੀ ਈਦ ਤੋਂ ਬਾਅਦ ਜਿਹੜੇ ਦਿਨ ਆ ਰਹੇ ਨੇ, ਉਹ ਬਹੁਤ ਜ਼ਬਰਦਸਤ ਦਿਨ ਹੈਗੇ ਨੇ ਔਰ ਉਹਨਾਂ ਵਿੱਚ ਦਿਨਾਂ ਵਿੱਚ ਬਿਮਾਰੀ ਦਾ ਵੀ ਹੱਲਾ ਗੁੱਲਾ ਕੋਈ ਨਹੀਂ ਹੈਗਾ। ਔਰ ਉਸ ਤੋਂ ਬਾਅਦ ਅਗਲੇ ਦਿਨ ਜਿਹੜੇ ਨੇ ਮੌਸਮ ਚੇਂਜ ਹੋ ਰਿਹਾ ਵਾ, ਉਹ ਅਗਲੇ ਦਿਨ ਜਿਹੜੇ ਆਉਣੇ ਨੇ ਅੱਲਾ ਖੈਰ ਕਰੇ ਉਹ ਬਿਹਤਰ ਹੋਣਗੇ ਇਸ ਕਾਰੋਬਾਰ ਵਾਸਤੇ। ਦੋਸਤੋ ਕਿਸ ਤਰ੍ਹਾਂ ਲੱਗੀ ਜੇ ਵੀਡੀਓ ਅੱਛੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਇਸੇ ਨਾਲ ਇਜਾਜ਼ਤ ਚਾਹਾਂਗੇ। ਅੱਲਾ ਹਾਫਿਜ਼।